इंडियन म्यूजिक टीवी ਅਤੇ ਸ੍ਰੀ ਬੋਧਰਾਜ ਅਰੋੜਾ ਮਿਊਜ਼ਿਕ ਕਾਲਜ ਵੱਲੋਂ ਸੰਗੀਤ ਨਾਲ ਸੰਬੰਧਿਤ ਬਹੁਤ ਸਾਰੇ ਪ੍ਰੋਗਰਾਮ ਸੰਗੀਤ ਪ੍ਰੇਮੀ ਅਤੇ ਸੰਗੀਤ ਦੇ ਵਿਦਿਆਰਥੀਆਂ ਲਈ ਇਸ ਚੈਨਲ ਉੱਤੇ ਪੇਸ਼ ਕੀਤੇ ਜਾਂਦੇ ਹਨ। ਸੋ ਸੰਗੀਤ ਅੰਦਰ ਗੀਤ ਹੈ, ਸ਼ਬਦਾਂ ਦੇ ਬੋਲ ਹਨ। ਜੋ ਕੁਝ ਆਪਣੇ ਆਸ-ਪਾਸ ਵਾਪਰਦਾ ਹੈ, ਚੰਗਾ ਮਾੜਾ, ਸਮਾਜ ਅੰਦਰ, ਪਰਿਵਾਰ ਅੰਦਰ, ਧਰਮ ਅੰਦਰ, ਰਾਜਨੀਤੀ ਅੰਦਰ, ਇਲਾਕਿਆਂ ਅੰਦਰ, ਉਹਨਾਂ ਸਾਰਿਆਂ ਤੋਂ ਪ੍ਰੇਰਿਤ ਹੋ ਕਰਕੇ ਫਿਰ ਕਲਮ ਨੂੰ ਚਲਾਉਣ ਵਾਲੇ ਹਨ, ਫਿਰ ਉਹ ਕਲਮ ਦੁਆਰਾ ਬਹੁਤ ਕੁਝ ਸਿਰਜਦੇ ਹਨ। ਸੋ ਮੌਜੂਦਾ ਜੋ ਕਿਸਾਨ ਅੰਦੋਲਨ ਹੈ, ਵੈਸੇ ਇਹ ਕਿਸਾਨ ਅੰਦੋਲਨ ਸਾਰੇ ਹੀ ਵਰਗਾਂ ਦਾ, ਜਾਤੀਆਂ ਦਾ, ਧਰਮਾਂ ਦਾ, ਵਰਨਾਂ ਦਾ, ਇਲਾਕਿਆਂ ਦਾ, ਪ੍ਰਦੇਸ਼ਾਂ ਦਾ, ਸਾਰਿਆਂ ਦਾ ਸਾਂਝਾ ਹੈ। ਗਰੀਬ ਦਾ, ਅਮੀਰ ਦਾ, ਡਾਕਟਰ ਦਾ, ਮਾਸਟਰ ਦਾ, ਪ੍ਰੋਫੈਸਰ ਦਾ, ਫੈਕਟਰੀ ਚਲਾਉਣ ਵਾਲੇ ਦਾ, ਦੁਕਾਨਦਾਰ ਦਾ, ਦਿਹਾੜੀਦਾਰ ਦਾ, ਹਰ ਤਰ੍ਹਾਂ ਦੇ ਜਦੋਂ ਲੋਕ ਦੁਖੀ ਹੋ ਜਾਂਦੇ ਨੇ ਤੇ ਫਿਰ ਉਹ ਕੋਈ ਵੀ ਅੰਦੋਲਨ ਚੱਲੇ ਤੇ ਉਹਦੇ ਵੱਲ ਫਿਰ ਆਪ ਮੁਹਾਰੇ ਹੋ ਟੁਰਦੇ ਨੇ। ਇਸੇ ਤਰ੍ਹਾਂ ਦੇ ਨਾਲ ਕਿਸਾਨ ਅੰਦੋਲਨ ਨਾਲ ਵੀ ਹੋਇਆ ਹੈ ਕਿ ਆਪ ਮੁਹਾਰੇ ਸਾਰੇ ਲੋਕ ਉਸ ਪਾਸੇ ਨੂੰ ਤੁਰ ਪਏ ਨੇ। ਇਹਦੀਆਂ ਪ੍ਰਾਪਤੀਆਂ ਆਉਣ ਵਾਲਾ ਸਮਾਂ ਦੱਸੇਗਾ। ਆਉਣ ਵਾਲਾ ਸਮਾਂ ਰਾਜਨੀਤਿਕ ਭਵਿੱਖ ਵੀ ਦੱਸੇਗਾ ਕਿ ਹਿੰਦੁਸਤਾਨ ਦਾ ਰਾਜਨੀਤਿਕ ਭਵਿੱਖ ਕੀ ਹੋਵੇਗਾ। ਇਹਦੇ ਵਿੱਚ ਭੂਗੋਲਿਕ ਭਵਿੱਖ ਦੀਆਂ ਸੰਭਾਵਨਾ ਵੀ ਬਣੀਆਂ ਹੋਈਆਂ ਹਨ। ਪਰ ਅਸੀਂ ਚਾਹੁੰਦੇ ਹਾਂ ਕਿ ਹਮੇਸ਼ਾ ਹਰ ਸੰਸਾਰ ਤੇ ਪੂਰੇ ਭਾਰਤ ਵਰਸ਼ ਅੰਦਰ ਵੀ ਸ਼ਾਂਤੀ ਰਹੇ, ਸੁੱਖ ਸਮਰਿੱਧੀ ਰਹੇ, ਤਾਂ ਕਿ ਲੋਕ ਸੁਖੀ ਤੇ ਖੁਸ਼ੀ ਜੀਵਨ ਜੀਣ। ਅੱਜ ਦੇ ਹਾਲਾਤਾਂ ਬਾਰੇ ਬਹੁਪੱਖੀ ਰੰਗਾਂ ਦੇ ਜਿਹੜੇ ਮਾਲਕ ਹਨ, ਸਰਦਾਰ ਜਨਮੇਜਾ ਸਿੰਘ ਜੌਹਲ ਜੀ, ਉਹਨਾਂ ਨੇ ਇੱਕ ਮੈਨੂੰ ਲਿਖਤ ਭੇਜੀ ਕਿ ਪ੍ਰਾਤਨ ਪੰਜਾਬੀ ਫਲਸਫੇ ਦਾ ਅਧਿਐਨ ਕਰਦੇ ਇਹ ਇਬਾਰਤ ਨਜ਼ਰੀ ਪਈ ਜੋ ਅੱਜ ਦੇ ਖੇਤੀ ਸੰਕਟ ਬਾਰੇ ਸਮਝਾਉਂਦੀ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਹ ਗੱਲ ਵੀ ਦੱਸੀ ਕਿ ਸਮਾਜ ਵਿੱਚ ਸ਼ੋਸ਼ਣ ਅਤੇ ਕਾਣੀ ਵੰਡ ਸਮਾਜ ਦੇ ਪੈਦਾ ਕੀਤੇ ਰਿਸ਼ਤਿਆਂ ਕਰਕੇ ਹੈ। ਬਾਬਾ ਨਾਨਕ ਜੀ ਮੁਤਾਬਕ ਜਗੀਰਦਾਰ ਅਤੇ ਸੂਦਖੋਰ ਖੇਤੀਬਾੜੀ ਕਰਨ ਵਾਲੇ ਕਾਸ਼ਤਕਾਰਾਂ ਦਾ ਖੂਨ ਚੂਸਦੇ ਹਨ। ਬਾਬਾ ਜੀ ਨੇ ਇਹਨਾਂ ਰਿਸ਼ਤਿਆਂ ਅਤੇ ਵਿਹਲੜਾਂ ਨੂੰ ਭੰਡਿਆ ਹੈ ਅਤੇ ਉਹਨਾਂ ਦੇ ਖਿਲਾਫ ਆਵਾਜ਼ ਵੀ ਉਠਾਈ ਹੈ। ਉਹਨਾਂ ਨੇ ਤੁਰਕੀ ਬਾਣੀ ਵਿੱਚ ਦਰਜ ਕੀਤਾ ਹੈ, ਕੋਈ ਵਾਹੇ ਕੋ ਲੁਣੈ ਕੋ ਪਾਏ ਖਲਿਹਾਨ, ਨਾਨਕ ਏਵ ਨਾ ਜਾਪਈ ਕੋਈ ਖਾਏ ਨਿਦਾਨ। ਇਸੇ ਤਰ੍ਹਾਂ ਦੇ ਨਾਲ ਪ੍ਰਵੀਨ ਸ਼ਰਮਾ ਜੀ, ਜੋ ਕਿ ਐਲਨਾਬਾਦ ਜ਼ਿਲ੍ਹਾ ਸਿਰਸਾ ਤੋਂ ਹਨ, ਮੋਬਾਈਲ ਨੰਬਰ ਉਹਨਾਂ ਦਾ ਹੈ 9416688044। ਉਹਨਾਂ ਨੇ ਬੜੀ ਸੁੰਦਰ ਬੰਦਗੀ ਲਿਖੀ ਤੇ ਮੈਂ ਚਾਹੁੰਦਾ ਕਿ ਵੀ ਇਹ ਮੈਂ ਤੁਹਾਨੂੰ ਸੰਗੀਤ ਦੇ ਨਾਲ ਸਾਂਝੀ ਕਰਾਂ ਤੇ ਨਾਲ ਹੀ ਬੇਨਤੀ ਹੈ ਸੰਗੀਤ ਦੇ ਵਿਦਿਆਰਥੀਆਂ ਨੂੰ ਤੇ ਗੀਤ ਲਿਖਣ ਵਾਲਿਆਂ ਨੂੰ, ਜਿਹੜੇ ਸਾਹਿਤ ਸਿਰਜਦੇ ਹਨ, ਗੀਤਕਾਰੀ ਵਿੱਚ ਜੋ ਹੱਥ ਜਮਾਉਂਦੇ ਨੇ, ਕਿ ਇਸ ਤਰ੍ਹਾਂ ਦੇ ਨਾਲ ਜਦੋਂ ਤੁਸੀਂ ਬੰਦਗੀਆਂ ਲਾਓਗੇ ਤੇ ਤੁਹਾਡੇ ਕੋਲ ਸ਼ਬਦਾਂ ਦਾ ਭੰਡਾਰ ਵੀ ਹੋਵੇਗਾ, ਤੁਹਾਡੇ ਕੋਲ ਵਿਸ਼ਿਆਂ ਦਾ ਭੰਡਾਰ ਵੀ ਹੋਵੇਗਾ, ਤੁਸੀਂ ਹਰ ਵਿਸ਼ੇ ਤੇ ਲਿਖ ਸਕਦੇ ਹੋ। ਸੋ ਸੰਗੀਤ ਦੇ ਜਿਹੜੇ ਵਿਦਿਆਰਥੀ ਨੇ, ਗੀਤਕਾਰ ਨੇ, ਸੰਗੀਤਕਾਰ ਨੇ, ਗਾਇਕ ਨੇ, ਸਜੰਦੇ ਨੇ, ਉਹਨਾਂ ਨੂੰ ਬੇਨਤੀ ਹੈ ਕਿ ਇਸ ਤਰ੍ਹਾਂ ਦੀਆਂ ਬੰਦਗੀਆਂ ਨੂੰ ਆਪਣੇ ਸੱਜੇ ਖੱਬਿਓਂ ਆਲੇ ਦੁਆਲਿਓਂ ਨੋਟ ਕਰਕੇ ਫਿਰ ਉਹਨਾਂ ਨੂੰ ਇੱਕ ਸ਼ਬਦਾਂ ਦਾ ਗੀਤ ਰੂਪੀ ਸਰੂਪ ਦੇਣ ਦਾ ਯਥਾਯੋਗ ਯਤਨ ਕਰਨ। ਪ੍ਰਵੀਨ ਸ਼ਰਮਾ ਜੀ, ਉਹਨਾਂ ਦੀ ਜਿਹੜੀ ਬੰਦਗੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਦਾ ਹਾਂ। होला धरने किसान बैठ गए दिल्ली बॉर्डर ते, ला धरने किसान बैठ गए दिल्ली बॉर्डर ते,
ਇਹ ਮੌਕੇ ਦੀ ਸਰਕਾਰ ਵੇਖ ਕੇ ਹੱਕੀ ਬਕੀ ਐ, ਇਹ ਮੌਕੇ ਦੀ ਸਰਕਾਰ ਵੇਖ ਕੇ ਹੱਕੀ ਬਕੀ ਐ। ਕੀ ਲੱਗਦੇ ਨੇ ਆਡਾਨੀ ਅੰਬਾਨੀ ਫਸਲਾਂ ਦੇ, ਕੀ ਲੱਗਦੇ ਨੇ ਆਡਾਨੀ ਅੰਬਾਨੀ ਫਸਲਾਂ ਦੇ। ਸਾਡੀਆਂ ਕਣਕਾਂ ਸਾਡੀ ਜੀਰੀ ਸਾਡੀ ਮੱਕੀ ਐ, ਉਹ ਸਾਡੀਆਂ ਜੀਰੀਆਂ ਸਾਡੀਆਂ ਕਣਕਾਂ ਸਾਡੀ ਜੀਰੀ ਸਾਡੀ ਮੱਕੀ ਐ। ਲਾ ਧਰਨੇ ਕਿਰਸਾਨ ਬੈਠ ਗਏ ਦਿੱਲੀ ਬਾਰਡਰ ਤੇ। ਮੋਦੀ ਵਾਪਸ ਲੈ ਲਾ ਤੂੰ ਕਾਲੇ ਕਾਨੂੰਨਾਂ ਨੂੰ, ਤੈਥੋਂ ਹਾਕਮਾਂ ਪਰਜਾ ਤੇਰੀ ਪਈ ਹੁਣ ਅਕੀਏ, ਤੈਥੋਂ ਹਾਕਮਾਂ ਪਰਜਾ ਤੇਰੀ ਪਈ ਹੁਣ ਅਕੀਏ। ਪਰ ਸਾਡਾ ਇਤਿਹਾਸ ਅਸੀਂ ਕਦੇ ਡੋਲਣ ਵਾਲੇ ਨਹੀਂ, ਪਰ ਸਾਡਾ ਇਤਿਹਾਸ ਅਸੀਂ ਕਦੇ ਡੋਲਣ ਵਾਲੇ ਨਹੀਂ। ਇਸ ਲੜਾਈ ਅੰਦਰ ਸਾਡੀ ਜਿੱਤ ਵੀ ਪੱਕੀ ਏ, ਇਸ ਲੜਾਈ ਅੰਦਰ ਸਾਡੀ ਜਿੱਤ ਵੀ ਪੱਕੀ ਏ। ਲਾ ਧਰਨੇ ਕਿਰਸਾਨ ਬੈਠ ਗਏ, ਲਾ ਧਰਨੇ ਕਿਰਸਾਨ ਬੈਠ ਗਏ ਦਿੱਲੀ ਬਾਰਡਰ ਤੇ। ਇਹ ਮੌਕੇ ਦੀ ਸਰਕਾਰ ਵੇਖ ਕੇ ਹੱਕੀ ਬਕੀ ਏ, ਇਸ ਲੜਾਈ ਅੰਦਰ ਸਾਡੀ ਜਿੱਤ ਵੀ ਪੱਕੀ ਏ, ਇਸ ਲੜਾਈ ਅੰਦਰ ਸਾਡੀ ਜਿੱਤ ਵੀ ਪੱਕੀ ਏ, ਜਿੱਤ ਵੀ ਪੱਕੀ ਏ, ਉਹ ਸਾਡੀ ਜਿੱਤ ਵੀ ਪੱਕੀ ਏ। ਸੋ ਸ਼੍ਰੀ ਪ੍ਰਵੀਨ ਸ਼ਰਮਾ ਜੀ ਦੀ ਇਹ ਜਿਹੜੀ ਵੰਨਗੀ ਹੈ ਮੈਨੂੰ ਬੜੀ ਅੱਛੀ ਲੱਗੀ। ਆਸ਼ਾ ਹੈ ਕਿ ਸੰਗੀਤ ਦੇ ਵਿਦਿਆਰਥੀ ਇਸ ਤਰ੍ਹਾਂ ਦੀਆਂ ਹੋਰ ਵੰਨਗੀਆਂ ਨੂੰ ਇਕੱਤਰ ਕਰਨਗੇ ਤੇ ਲੋਕਾਈ ਸਾਹਮਣੇ ਸੰਗੀਤ ਪ੍ਰੇਮੀਆਂ ਸਾਹਮਣੇ ਪੇਸ਼ ਕਰਨਗੇ। ਸੋ ਆਓ ਬੀਬਾ ਬਮਲਜੀਤ ਕੌਰ ਮਾਨ ਜੋ ਕਿ ਕੈਨੇਡਾ ਵਿੱਚ ਰਹਿੰਦੇ ਨੇ, ਸੋ ਜਿਹੜਾ ਕਵੀ ਹੈ, ਗੀਤ ਰਚਦਾ ਹੈ, ਕਵਿਤਾ ਰਚਦਾ ਹੈ, ਉਹਦੇ ਅਗਰ ਆਰਥਿਕ, ਸਮਾਜਿਕ, ਪਰਿਵਾਰਕ, ਨੌਕਰੀ ਵਾਲੇ, ਵਪਾਰਕ ਹਰ ਤਰ੍ਹਾਂ ਦੇ ਹਾਲਾਤ ਅਗਰ ਕਿਸੇ ਮੂਵਮੈਂਟ ਵਿੱਚ ਸ਼ਾਮਲ ਹੋਣ ਵਿੱਚ ਦਿੱਕਤ ਪੈਦਾ ਕਰਦੇ ਹੋਣ ਤਾਂ ਫਿਰ ਉਹ ਆਤਮਿਕ ਤੌਰ ਤੇ ਉੱਥੇ ਹਾਜ਼ਰੀ ਲਵਾਉਂਦਾ ਹੈ। ਠੀਕ ਇਸੇ ਤਰ੍ਹਾਂ ਹੀ ਬੀਬਾ ਬਮਲਜੀਤ ਨੇ ਆਪਣੀ ਹਾਜ਼ਰੀ ਲਵਾਈ ਹੈ ਕਿਸਾਨ ਅੰਦੋਲਨ ਅੰਦਰ। ਉਹ ਆਖਦੇ ਹਨ ਕਿ ਦਿੱਲੀ ਜਾ ਕੇ ਆਈਆਂ ਸੁਪਨੇ ਵਿੱਚ। ਉਹਨਾਂ ਦੇ ਬੋਲ ਹਨ, ਮਨ 'ਚ ਸਕੂਨ ਪਰ ਦਿਮਾਗ 'ਚ ਖਰੂਦ ਏ, ਅੱਗ ਦੇ ਭਾਂਬੜਾਂ 'ਚ ਉੱਡਦਾ ਬਰੂਦ ਏ, ਬਹਾਦਰਾਂ ਤੇ ਯੋਧਿਆਂ ਦਾ ਦਿਸਦਾ ਗਰੂਰ ਏ, ਸ਼ਾਂਤੀ ਪੁੰਜ ਗੁਰੂ ਨੂੰ ਸੀਸ ਨਿਵਾ ਕੇ ਆਈਆਂ, ਕੱਲ ਰਾਤ ਸੁਪਨੇ 'ਚ ਮੈਂ ਦਿੱਲੀ ਜਾ ਕੇ ਆਈਆਂ। ਚਾਰੇ ਪਾਸੇ ਵੇਖਿਆ ਭਖੇ ਜੋਸ਼ ਜਵਾਨੀ ਦਾ, ਹੋਸ਼ ਪਰ ਕਾਇਮ ਏ ਦੇਸ ਦੀ ਕਿਰਸਾਨੀ ਦਾ, ਡਰ ਪਿਆ ਲੱਗਦਾ ਏ ਕਰਨ ਨਾਦਾਨੀ ਨਾ, ਮੈਂ ਵੱਡਿਆਂ ਵਪਾਰੀਆਂ ਦਾ ਵੀ ਭੋਗ ਪਾ ਕੇ ਆਈਆਂ, ਕੱਲ ਰਾਤ ਸੁਪਨੇ 'ਚ ਮੈਂ ਦਿੱਲੀ ਜਾ ਕੇ ਆਈ ਹਾਂ। ਦਿਨ ਰਾਤ
ਦਿਨ ਰਾਤ ਇੱਕ ਕੀਤਾ ਬਾਬਿਆਂ ਤੇ ਭਾਈਆਂ ਨੇ, ਚਾਰੇ ਪਾਸੇ ਦਿਸਦੀਆਂ ਮਾਈ ਭਾਗੋ ਦੀਆਂ ਜਾਈਆਂ ਨੇ, ਸਟੇਜਾਂ ਮੂਹਰੇ ਝੰਡੇ ਚੁੱਕੀ ਬੈਠੀਆਂ ਮਾਈਆਂ ਨੇ, ਸੂਰਮੇ ਦੀ ਵਾਰ ਸੁਣ ਜਾਗੋ ਵੀ ਕਢਾ ਕੇ ਆਈਆਂ, ਕੱਲ ਰਾਤ ਸੁਪਨੇ ਵਿੱਚ ਮੈਂ ਦਿੱਲੀ ਜਾ ਕੇ ਆਈਆਂ। ਅੱਗੇ ਉਹ ਜ਼ਿਕਰ ਕਰਦੇ ਨੇ ਕਿ ਬੈਠੇ ਵਿਦੇਸ਼ੀ ਪਰ ਜਾਨ ਸਾਡੀ ਵਿੱਚ ਦੇਸ਼ ਏ, ਤੇਰੇ ਵਾਂਗੂ ਦਿੱਲੀਏ ਬਦਲੇ ਨਾ ਕਾਲੇ ਭੇਸ ਏ, ਉਹ ਮਾਘ ਰਾਤਾਂ 'ਚ ਲੈ ਕੇ ਬੈਠੇ ਖੇਸ ਨੇ, ਸਾਕਿਆਂ 'ਚ ਰਾਤ ਠੰਡੇ ਬੁਰਜੀ ਗੁਜ਼ਾਰ ਆਈਆਂ, ਕੱਲ ਰਾਤੀ ਸੁਪਨੇ 'ਚ ਮੈਂ ਦਿੱਲੀ ਜਾ ਕੇ ਆਈਆਂ। ਖੂਨ ਸੀ ਉਬਲਦਾ ਤੇ ਕੰਨਾਂ ਵਿੱਚੋਂ ਸੇਕ ਸੀ, ਖੂਨ ਸੀ ਉਬਲਦਾ ਤੇ ਕੰਨਾਂ ਵਿੱਚੋਂ ਸੇਕ ਸੀ, ਕਿਰਤੀ ਬਾਬੇ ਦੇ ਜਪ ਜੀ ਦੀ ਲੰਮੀ ਸਾਰੀ ਹੇਕ ਸੀ, ਚਾਰੇ ਪਾਸੇ ਅਨਹਦ ਰਾਗ ਦਾ ਵਿਵੇਕ ਸੀ, ਸੰਗਤ ਨਾਲ ਪੰਗਤ ਵਿੱਚ ਲੰਗਰ ਛਕ ਆਈਆਂ, ਕੱਲ ਰਾਤ ਸੁਪਨੇ 'ਚ ਮੈਂ ਦਿੱਲੀ ਜਾ ਕੇ ਆਈਆਂ। ਸਿਰ ਲੱਥ ਜੋਧਿਆਂ ਦੇ ਮੁਖੜਿਆਂ ਤੇ ਸ਼ਬਾਬੇ, ਸਿਰ ਲੱਥ ਜੋਧਿਆਂ ਦੇ ਮੁਖਾਂ ਤੇ ਸ਼ਬਾਬੇ, ਜੰਗੇ ਆਜ਼ਾਦੀ ਯੋਧਿਓ ਸਾਰਿਆਂ ਦਾ ਖਾਵੇ, ਸ਼ਹੀਦਾਂ ਦੀ ਲਾਟ ਤੇ ਵਿਸਮਾ ਦੇ ਵਿਸਮਾ ਦੇ ਵਿਸਮਾ ਦੇ, ਕਾਰਵਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇ ਆਈਆਂ, ਕੱਲ ਰਾਤ ਸੁਪਨੇ 'ਚ ਮੈਂ ਦਿੱਲੀ ਜਾ ਕੇ ਆਈਆਂ। ਸੋ ਇਸ ਤਰ੍ਹਾਂ ਦੇ ਨਾਲ ਸੰਗੀਤ ਦੇ ਵਿਦਿਆਰਥੀ ਨੇ ਜਿਹੜੇ ਉਹ ਆਪਣੇ ਬਲਬਲਿਆਂ ਨੂੰ ਪ੍ਰਗਟ ਕਰ ਲੈਂਦੇ ਨੇ। ਸੋ ਉਮੀਦ ਹੈ ਕਿ ਸੰਗੀਤ ਦੇ ਵਿਦਿਆਰਥੀ ਇਸ ਤੋਂ ਲਾਭ ਉਠਾਉਣਗੇ। ਇੱਕ ਵੰਨਗੀ ਹੋਰ ਹੈ ਜੋ ਪੰਜਾਬੀ ਦੇ ਮਹਾਨ ਸ਼ਾਇਰ ਅਮਰ ਸੂਫੀ ਜੀ, ਜਿਨ੍ਹਾਂ ਦੇ ਵਰਤਾਏ ਆਪਾਂ ਆਖਦੇ ਹਾਂ ਕਿ ਵੀ ਪੜ੍ਹੇ ਲਿਖੇ ਕਵੀ, ਪੜ੍ਹੇ ਲਿਖੇ ਗੀਤਕਾਰ, ਜਿਨ੍ਹਾਂ ਨੂੰ ਕਵਿਤਾ ਰਚਣ ਦਾ ਵੱਲ ਵੀ ਆਉਂਦਾ ਤੇ ਵੱਲ ਸਿੱਖਿਆ ਵੀ ਹੈ ਤੇ ਵੱਲ ਸਿਖਾਉਂਦੇ ਵੀ ਨੇ। ਉਹਨਾਂ ਨੇ 35 ਅੱਖਰੀ ਲਿਖੀ ਹੈ, ਜਿਹੜੀ ਕਿ ਮੈਂ ਪੂਰੀ ਨਹੀਂ ਸੁਣਾ ਰਿਹਾ ਤੁਹਾਨੂੰ, ਕਿਉਂਕਿ ਉਹਦੇ ਲਈ ਮੈਂ ਇਹ ਆਖਦਾ ਕਿ ਉਹਨਾਂ ਦੇ ਫੇਸਬੁੱਕ ਪੇਜ ਅਮਰ ਸੂਫੀ ਦੇ ਉੱਤੇ ਤੁਸੀਂ ਜਾਓ ਤੇ ਸਾਰੇ ਉਸ 35 ਅੱਖਰੀ ਨੂੰ ਜ਼ਰੂਰ ਪੜੋ। ਉਹ ਜ਼ਿਕਰ ਕਰਦੇ ਹਨ, ਮੈਂ 35 ਅੱਖਰੀ ਦੇ ਜਿਹੜੇ ਪਹਿਲੇ ਅੱਖਰ ਨੇ ਨਾ, ਜਿਵੇਂ ਊੜਾ ਹੋ ਗਿਆ, ਕੱਕਾ ਹੋ ਗਿਆ, ਚੱਚਾ ਹੋ ਗਿਆ, ਇਹਨਾਂ ਦਾ ਹੀ ਜ਼ਿਕਰ ਕਰਾਂਗਾ। ਅਗਰ ਤੁਹਾਨੂੰ ਲੱਗੇ ਕਿ ਵੀ ਅਮਰ ਸੂਫੀ ਜੀ ਦੀ ਜਿਹੜੀ ਕਵਿਤਾ ਹੈ ਉਹਨਾਂ ਦੀ 35 ਅੱਖਰੀ ਹੈ, ਬਈ ਬੜੀ ਪੜ੍ਹਨ ਦੇ ਯੋਗ ਹੈ, ਤਾਂ ਫਿਰ ਤੁਸੀਂ ਉਹਨਾਂ ਦੀ 35 ਅੱਖਰੀ ਪੂਰੀ ਦੀ ਪੂਰੀ ਪੜ੍ਹਨੀ ਹੈ। ਉਹ ਆਖਦੇ ਨੇ ਕਿ ਊੜਾ ਉੱਲੂ ਆਣ ਕੇ ਗੱਦੀ ਬੈਠਾ ਮੱਲ, ਪੂਰੇ ਜੰਗਲ ਵਿੱਚ ਹੀ ਪਾ ਦਿੱਤਾ ਤਰਥਲ। ਊੜਾ ਉੱਲੂ ਆਣ ਕੇ ਗੱਦੀ ਬੈਠਾ ਮੱਲ, ਪੂਰੇ ਜੰਗਲ ਵਿੱਚ ਹੀ ਪਾ ਦਿੱਤਾ ਤਰਥਲ। ਅੱਗੇ ਦੂਜੀ ਲਾਈਨ ਦਾ ਅੱਖਰ ਹੈ ਕੱਕਾ। ਆਪ ਜੀ ਆਖਦੇ ਨੇ ਕਿ ਕੱਕਾ ਕੁੱਤੇ ਕੰਮ ਸਭ ਕਰਦੀ ਹੈ ਸਰਕਾਰ, ਲੁੱਟੀ ਜਾਂਦੇ ਦੇਸ਼ ਨੂੰ ਮਿਲ ਸ਼ਰਮਾਏਦਾਰ। ਕੱਕਾ ਕੁੱਤੇ ਕੰਮ ਸਭ ਕਰਦੀ ਹੈ ਸਰਕਾਰ, ਲੁੱਟੀ ਜਾਂਦੇ ਦੇਸ਼ ਨੂੰ ਮਿਲ ਸ਼ਰਮਾਏਦਾਰ। ਅਗਲੀ ਲਾਈਨ ਵਿੱਚ ਆਉਂਦਾ ਹੈ ਚੱਚਾ।
ਸੂਫੀ ਸਾਹਿਬ ਆਖਦੇ ਨੇ ਕਿ ਚੱਚਾ ਚੋਰਾਂ ਨਾਲ ਜੇ ਸਾਂਝਾਂ ਰੱਖਣ ਠੱਗ, ਸ਼ਰਮ ਰਤਾ ਨਾ ਮੰਨਦੇ ਮੂੰਹ ਤੇ ਥੁੱਕੇ ਜੱਗ। ਚੱਚਾ ਚੋਰਾਂ ਨਾਲ ਜੇ ਸਾਂਝਾਂ ਰੱਖਣ ਠੱਗ, ਸ਼ਰਮ ਰਤਾ ਨਾ ਮੰਨਦੇ ਮੂੰਹ ਤੇ ਥੁੱਕੇ ਜੱਗ। ਟੈਂਕੇ ਦੇ ਪ੍ਰਥਾਏ ਆਖਦੇ ਨੇ ਕਿ ਟੈਂਕਾ ਟੱਕਰ ਲੈਣ ਨੂੰ ਉੱਠੇ ਨੇ ਕਿਰਸਾਨ। ਟੈਂਕਾ ਟੱਕਰ ਲੈਣ ਨੂੰ ਉੱਠੇ ਨੇ ਕਿਰਸਾਨ, ਕਿਰਤੀ ਕਾਮੇ ਨਾਲ ਨੇ ਲਾ ਕੇ ਪੂਰੀ ਜਾਨ। ਟੈਂਕਾ ਟੱਕਰ ਲੈਣ ਨੂੰ ਉੱਠੇ ਨੇ ਕਿਰਸਾਨ, ਕਿਰਤੀ ਕਾਮੇ ਨਾਲ ਨੇ ਲਾ ਕੇ ਪੂਰੀ ਜਾਨ। ਤੱਤਾ ਤਾਣਾ ਉਲਝਿਆ ਕਰਨਾ ਪੈਣਾ ਸੂਤ। ਤੱਤਾ ਤਾਣਾ ਉਲਝਿਆ ਕਰਨਾ ਪੈਣਾ ਸੂਤ। ਉਲਟੀ ਚੱਲੇ ਚਾਲ ਜੋ ਉਸ ਨੂੰ ਮਾਰੋ ਜੂਤ। ਉਲਟੀ ਚੱਲੇ ਚਾਲ ਜੋ ਉਸ ਨੂੰ ਮਾਰੋ ਜੂਤ। ਅੱਗੇ ਆਖਦੇ ਨੇ ਕਿ ਜਈਆ ਜਬ ਮੁਕਾ ਦਿਓ ਲਾ ਕੇ ਸੁੱਟੋ ਜੋਗ। ਜਈਆ ਜਬ ਮੁਕਾ ਦਿਓ ਲਾ ਕੇ ਸੁੱਟੋ ਜੋਗ। ਹਿੱਲਣ ਜੋਗੀ ਨਾ ਰਹੇ ਮੰਜੀ ਦੇਵੋ ਠੋਕ। ਹਿੱਲਣ ਜੋਗੀ ਨਾ ਰਹੇ ਮੰਜੀ ਦੇਵੋ ਠੋਕ। ਸੋ ਇਸ ਤਰ੍ਹਾਂ ਦੇ ਨਾਲ ਉਹਨਾਂ ਦਾ ਜਿਹੜਾ ਇਹ 35 ਅੱਖਰੀ ਕਾਵਿ ਰੂਪ ਦੀ ਵੰਨਗੀ ਹੈ ਤੇ ਉਹ ਬੜੇ ਹੀ ਪੜਨਯੋਗ ਹੈ। ਆਖਰੀ ਜਿਹੜਾ ਉਹਨਾਂ ਦਾ ਅੱਖਰ ਹੈ ਰਾੜਾ। ਰਾੜਾ ਮਾੜਾ ਹਾਲ ਹੈ ਛੱਡੋ ਕਰਕੇ ਲੋਟ। ਰਾੜਾ ਮਾੜਾ ਹਾਲ ਹੈ ਛੱਡੋ ਕਰਕੇ ਲੋਟ। ਸੂਫੀ ਚੁੱਕ ਗਲੇਲ ਨੂੰ ਮਾਰ ਟਿਕਾਣੇ ਚੋਟ। ਸੂਫੀ ਚੁੱਕ ਗਲੇਲ ਨੂੰ ਮਾਰ ਟਿਕਾਣੇ ਚੋਟ। ਸੋ ਇਸ ਤਰ੍ਹਾਂ ਦੇ ਨਾਲ ਜੋ ਸਾਡੇ ਕਲਮ ਨੂੰ ਚਲਾਉਣ ਵਾਲੇ ਸੱਜਣ ਹਨ ਉਹ ਫਿਰ ਨਾਨਾ ਤਰ੍ਹਾਂ ਦੀਆਂ ਵੰਨਗੀਆਂ ਦੇ ਨਾਲ ਇਸ ਅੰਦੋਲਨ ਦਾ ਸਮਰਥਨ ਕਰਦੇ ਨੇ ਬਾ ਲੋਕਾਂ ਨੂੰ ਪ੍ਰੇਰਿਤ ਕਰਦੇ ਨੇ ਤਾਂ ਕਿ ਦੇਸ਼ ਅੰਦਰ ਕੋਈ ਇਸ ਤਰ੍ਹਾਂ ਦੀ ਟੁੱਟ ਭੱਜ ਨਾ ਹੋਵੇ ਕਿ ਵੀ ਦੇਸ਼ ਨੂੰ ਇੱਕ ਖਾਸ ਫਿਰਕੇ ਦਾ ਦੇਸ਼ ਬਣਾਉਂਦੇ ਕਿਤੇ ਇਹ ਨਾ ਹੋਵੇ ਕਿ ਵੀ ਇਹ ਰੂਸ ਵਾਲਾ ਸੋਵੀਅਤ ਯੂਨੀਅਨ ਵਾਲਾ ਹਾਲ ਹੋ ਜਾਵੇ। ਸੋ ਇਸ ਲਈ ਸਰਕਾਰ ਦੇ ਪ੍ਰਤੀ ਨਿਮਰਤਾ ਸਹਿਤ ਬੇਨਤੀ ਹੈ ਕਿ ਜਥਾਯੋਗ ਖੇਤੀਬਾੜੀ ਜਿਹੜਾ ਵਿਸ਼ਾ ਹੈ ਇਹ ਰਾਜਾਂ ਦਾ ਵਿਸ਼ਾ ਹੈ ਜੀ। ਇਸ ਕਰਕੇ ਰਾਜਾਂ ਨੂੰ ਤੁਸੀਂ ਪ੍ਰੇਰਿਤ ਕਰੋ ਕਿ ਉਹ ਫਿਰ ਕਾਨੂੰਨ ਬਣਾਉਣ। ਸਾਰੇ ਕਾਨੂੰਨਾਂ ਨੂੰ ਆਪਣੇ ਇੱਕ ਦੇ ਅਧੀਨ ਨਾ ਕਰੋ। ਇਹ ਵੀ ਏਕੀਕਰਨ ਜਿਹੜਾ ਹੁੰਦਾ ਹੈ ਇਹ ਨੁਕਸਾਨਦਾਇਕ ਵੀ ਹੁੰਦਾ ਹੈ। ਆਸ਼ਾ ਹੈ ਕਿ ਇਹ ਜਿਹੜੇ ਸੰਗੀਤ ਪ੍ਰੇਮੀ ਹਨ ਖਾਸ ਕਰਕੇ ਸੰਗੀਤ ਦੇ ਵਿਦਿਆਰਥੀ ਉਹ ਇਹਨੀਆਂ ਜਿਹੜੀਆਂ ਮੈਂ 4-5 ਵੰਨਗੀਆਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ ਸੰਗੀਤ ਪ੍ਰੇਮੀ ਅਤੇ ਸੰਗੀਤ ਦੇ ਵਿਦਿਆਰਥੀ ਇਸ ਤੋਂ ਲਾਭ ਉਠਾਉਣਗੇ। ਖਾਸ ਕਰਕੇ ਜਿਹੜੇ ਕਲਮਕਾਰ ਹਨ ਜਿਸ ਤਰ੍ਹਾਂ ਕਿ ਗੀਤਕਾਰ ਉਹਨਾਂ ਨੂੰ ਇੰਜ ਪਤਾ ਲੱਗ ਜਾਏਗਾ ਕਿ ਵੀ ਬਹੁਤ ਸਾਰੇ ਵਿਸ਼ੇ ਨੇ ਤੇ ਉਹਨਾਂ ਨੂੰ ਤੁਸੀਂ ਛੂ ਸਕਦੇ ਹੋ ਜਿਹਦੇ ਨਾਲ ਤੁਹਾਡੀ ਗੀਤਕਾਰੀ ਨੂੰ ਚਾਰ ਚੰਨ ਲੱਗਣਗੇ। ਜਦੋਂ ਤੁਹਾਡੀ ਗੀਤਕਾਰੀ ਵਧੀਆ ਹੋਵੇਗੀ ਗੀਤ ਵਧੀਆ ਹੋਵੇਗਾ ਕੁਦਰਤੀ ਹੈ ਕਿ ਕੰਪੋਜ਼ਰ ਹੈ ਜੋ ਸੰਗੀਤਕਾਰ ਹੈ ਉਹਦੀ ਤਰਜ ਵੀ ਵਧੀਆ ਬਣੇਗੀ। ਜੇ ਉਹਦੀ ਤਰਜ ਵਧੀਆ ਬਣੇਗੀ ਰਿਦਮ ਦੇ ਵੀ ਪੈਟਰਨ ਵੱਖਰੇ ਹੋਣਗੇ ਵਧੀਆ ਢੰਗ ਨਾਲ ਫਿਰ ਉਹਨੂੰ ਗਾਉਣ ਵਾਲਾ ਵੀ ਬਹੁਤ ਵਧੀਆ ਢੰਗ ਨਾਲ ਗਾਵੇਗਾ। ਜਦੋਂ ਇਹ 3-4 ਚੀਜ਼ਾਂ ਮਿਲ ਜਾਣਗੀਆਂ ਫਿਰ ਤੁਹਾਨੂੰ ਜਿਹੜਾ ਪ੍ਰਮੋਟਰ ਹੈ ਪ੍ਰੋਡਿਊਸਰ ਹੈ ਉਹ ਵੀ ਵਧੀਆ ਮਿਲਣਗੇ ਆਪਣੇ ਆਪ। ਤੇ ਇਸ ਤਰ੍ਹਾਂ ਦੇ ਨਾਲ ਫਿਰ ਸੰਗੀਤ ਵਿੱਚ ਤੁਹਾਡੀ ਇੱਕ ਵਿਸ਼ੇਸ਼ ਪਹਿਚਾਣ ਬਣ ਜਾਵੇਗੀ। ਆਸ਼ਾ ਹੈ ਕਿ ਅੱਜ ਦਾ ਇਹ ਐਪੀਸੋਡ ਸੰਗੀਤ ਪ੍ਰੇਮੀ ਅਤੇ ਸੰਗੀਤ ਦੇ ਵਿਦਿਆਰਥੀਆਂ ਨੂੰ ਪਸੰਦ ਆਇਆ ਹੋਵੇਗਾ। ਸਾਰਿਆਂ ਨੂੰ ਹੀ ਇੰਡੀਅਨ ਮਿਊਜ਼ਿਕ ਟੀਵੀ ਅਤੇ ਸ੍ਰੀ ਬੋਧਰਾਜ ਅਰੋੜਾ ਮਿਊਜ਼ਿਕ ਕਾਲਜ ਲੁਧਿਆਣਾ ਵੱਲੋਂ ਮੈਂ ਤੁਹਾਡਾ ਆਪਣਾ ਹੋਸਟ ਪ੍ਰੋਫੈਸਰ ਬਲਵਿੰਦਰ ਸਿੰਘ ਧਾਲੀਵਾਲ ਲੁਧਿਆਣੇ ਤੋਂ ਸਤਿ ਸ੍ਰੀ ਅਕਾਲ।